ਸਤਿ ਸ਼੍ਰੀ ਅਕਾਲ। ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਸੁੱਖੀ ਪੰਜਾਬੀ ਵਰਲਡ ਦੇ ਵਿੱਚ। ਪੰਜਾਬੀ ਪਾਠ ਪੁਸਤਕ ਜੋ ਕਿ 8ਵੀਂ ਜਮਾਤ ਨੂੰ ਲੱਗੀ ਹੋਈ ਹੈ, ਉਹਦਾ 8ਵਾਂ ਪਾਠ ਬਾਬਾ ਫਰੀਦ। ਇਹ ਪਾਠ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੁਆਰਾ ਲਿਖਿਆ ਗਿਆ ਹੈ। ਅੱਜ ਆਪਾਂ ਤੁਹਾਨੂੰ ਇਹ ਪਾਠ ਕਰਵਾਵਾਂਗੇ। ਜਿੱਥੇ ਜਿੱਥੇ ਪ੍ਰਸ਼ਨ ਆਉਂਦੇ ਆ ਜਾਂ ਜੋ ਵੀ ਜਿੱਥੇ ਜਿੱਥੇ ਕਿਸੇ ਪ੍ਰਸ਼ਨ ਦਾ ਉੱਤਰ ਹੋਊਗਾ ਉਹ ਆਪਾਂ ਤੁਹਾਨੂੰ ਉਹ ਅੰਡਰਲਾਈਨ ਕੀਤਾ ਹੋਊਗਾ, ਉਸ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਆਵੇ। ਵੀਡੀਓ ਨੂੰ ਪੂਰੀ ਦੇਖਣਾ ਹੈ ਪ੍ਰਸ਼ਨ ਉੱਤਰਾਂ ਨੂੰ ਸਮਝਣ ਵਾਸਤੇ ਅਤੇ ਪਾਠ ਨੂੰ ਸਮਝਣ ਵਾਸਤੇ। ਤਾਂ ਆਓ ਆਪਾਂ ਸ਼ੁਰੂ ਕਰੀਏ। ਬਾਬਾ ਫਰੀਦ ਜੀ ਵਾਲਾ ਪਾਠ ਹੈ। ਇਹ ਇਹਦੇ ਕੁਛ ਔਖੇ ਸ਼ਬਦਾਂ ਦੇ ਅਰਥ ਹੈ। ਇਹਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਪੜ੍ਹਨੇ ਬਹੁਤ ਜ਼ਰੂਰੀ ਹੈ। ਜਿਵੇਂ ਸੂਫੀ ਮੁਸਲਮਾਨ ਸਾਈਂ ਲੋਕਾਂ ਦਾ ਇੱਕ ਫਿਰਕਾ ਜੋ ਕਾਲੇ ਸੂਫ ਦੇ ਕੱਪੜੇ ਪਹਿਨਦਾ ਹੈ। ਸ਼ਰ੍ਹਾ ਸ਼ਰੀਅਤ ਇਸਲਾਮ ਧਰਮ ਦੇ ਰੀਤੀ ਰਿਵਾਜ ਹੈ, ਯਾਨੀ ਇਸਲਾਮ ਧਰਮ ਦੇ ਕਾਨੂੰਨ ਹੈ ਇੱਕ ਪ੍ਰਕਾਰ ਦੇ। ਇਹ ਰੁੱਕਾ ਕਾਗਜ਼ ਦੇ ਟੁਕੜੇ 'ਤੇ ਲਿਖੀ ਚਿੱਠੀ ਦਾ ਸੁਨੇਹਾ, ਸਬਕ ਮਤ ਸਿੱਖਿਆ ਉਪਦੇਸ਼ ਪਾਠ, ਅਰਸਾ ਸਮਾਂ ਚਿਰ ਦੇਰ, ਮਧੁਰਤਾ ਮਿਠਾਸ ਮਨੋਹਰ ਮਨ ਨੂੰ ਖਿੱਚ ਲੈਣ ਵਾਲਾ ਸੋਹਣਾ ਸੁੰਦਰ, ਅਤੇ ਤਾਕੀਦ ਪਕਿਆਈ ਫਰੋੜਤਾ, ਦਵੈਸ਼ ਦੁਸ਼ਮਣੀ ਈਰਖਾ ਵੈਰ, ਪ੍ਰਪੰਚ ਅਡੰਬਰ ਢੌਂਗ ਛਲ ਕਪਟ ਧੋਖਾ। ਮਸੱਲਾ ਜਿਹੜੀ ਨਮਾਜ਼ ਪੜ੍ਹਨ ਦਾ ਆਸਨ ਹੁੰਦਾ ਇਹ, ਜਾਂ ਨਮਾਜ਼ ਪੜ੍ਹਨ ਦੀ ਜਿਹੜੀ ਕੱਪੜਾ ਹੁੰਦਾ ਉਸ ਜੋ ਮੁਸਲਮਾਨ ਥੱਲੇ ਵਿਛਾਉਂਦੇ ਆ ਉਹਨੂੰ ਮਸੱਲਾ ਕਹਿੰਦੇ ਆ। ਦਰਵੇਸ਼ ਮੁਸਲਮਾਨ ਫਕੀਰ ਸੰਤ ਮੰਗੋਲ ਮੱਧ ਏਸ਼ੀਆ ਅਤੇ ਉਸ ਦੇ ਪੂਰਬ ਵੱਲ ਵਸਣ ਵਾਲੀ ਇੱਕ ਜਾਤ ਹੈ। ਜਾਬਰ ਦਾ ਅਰਥ ਹੁੰਦਾ ਹੈ ਜ਼ਾਲਮ, ਜਬਰ ਕਰਨ ਵਾਲਾ, ਧੱਕੇਬਾਜ਼। ਇਲਾਹੀ ਇਤਕਾਦ ਰੱਬ ਵਿੱਚ ਵਿਸ਼ਵਾਸ, ਇਮਦਾਦ ਮਦਦ ਸਹਾਇਤਾ। ਸੂਫ ਕੱਪੜੇ ਦੀ ਇੱਕ ਕਿਸਮ ਹੈ। ਅਤੇ ਬਾਬਾ ਫਰੀਦ ਜੀ ਦਾ ਪਾਠ ਹੈ। ਸ਼ੇਖ ਫਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫੀ ਫਕੀਰ ਹੋਏ ਹਨ। ਆਪ ਨੇ ਸਾਰੀ ਜ਼ਿੰਦਗੀ ਤਪ ਤਿਆਗ ਅਤੇ ਸਬਰ ਸੰਤੋਖ ਨਾਲ ਗੁਜ਼ਾਰੀ ਹੈ ਅਤੇ ਸਾਰੇ ਮਨੁੱਖਾਂ ਨੂੰ ਪ੍ਰੇਮ ਦਾ ਸਬਕ ਪੜ੍ਹਾਇਆ ਹੈ। ਇਹ ਪਹਿਲਾ ਪ੍ਰਸ਼ਨ ਹੈ ਕਿ ਉਹਨਾਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਹਨਾਂ ਦੇ ਮਾਤਾ ਅਤੇ ਪਿਤਾ ਦਾ ਕੀ ਨਾਂ ਸੀ। ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲੂਦੀਨ ਦੇ ਘਰ ਮਾਤਾ ਕੁਰਸਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ। ਮੁੱਢਲੀ ਵਿੱਦਿਆ ਹਾਸਲ ਕਰਕੇ ਆਪ ਮੁਲਤਾਨ ਚਲੇ ਗਏ। ਉੱਥੇ 5-7 ਸਾਲ ਪੜ੍ਹਦੇ ਰਹੇ। ਇੱਥੋਂ ਫਰੀਦ ਜੀ ਕਈ ਵਾਰ ਦਿੱਲੀ ਵੀ ਗਏ ਅਤੇ ਕਿੰਨਾ ਅਰਸਾ ਹਾਂਸੀ ਹਿਸਾਰ ਵੱਲ ਤਪੱਸਿਆ ਕਰਦੇ ਰਹੇ। ਅਖੀਰ ਉਹਨਾਂ ਸਤਲੁਜ ਕੰਢੇ ਪਾਕਪਟਨਾ ਨਿਵਾਸ ਕੀਤਾ। ਉਹਨਾਂ ਦੀ ਪਵਿੱਤਰ ਰੂਹਾਨੀ ਜ਼ਿੰਦਗੀ ਅਤੇ ਤਿਆਗ ਵੈਰਾਗ ਵਾਲੀ ਰਹਿਣੀ ਸਹਿਣੀ ਦੇਖ ਕੇ ਆਪ ਜੀ ਦੇ ਮੁਰਸ਼ਿਦ ਬਖਤਿਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਆਪਣੀ ਗੱਦੀ ਹੀ ਫਰੀਦ ਜੀ ਦੇ ਹਵਾਲੇ ਕਰ ਦਿੱਤੀ। ਇਸ ਜ਼ਿੰਮੇਵਾਰੀ ਨੂੰ ਉਹਨਾਂ ਲਗਾਤਾਰ 32 ਵਰ੍ਹੇ ਨਿਭਾਇਆ ਅਤੇ ਆਪਣੇ ਸੇਵਕਾਂ ਨੂੰ ਮੁਹੱਬਤ ਅਤੇ ਮਧੁਰਤਾ ਦਾ ਉਪਦੇਸ਼ ਦਿੱਤਾ। ਸ਼ੇਖ ਫਰੀਦ ਉੱਚੀ ਕਰਨੀ ਵਾਲੇ ਫਕੀਰ ਸਨ ਅਤੇ ਆਪ ਜੀ ਦਾ ਜੀਵਨ ਇਹ ਹੈ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ। ਪ੍ਰਸ਼ਨ ਹੈ ਅਗਲਾ। ਉੱਚੀ ਕਰਨੀ ਵਾਲੇ ਫਕੀਰ ਸੀ ਅਤੇ ਉਹਨਾਂ ਦਾ ਜੀਵਨ ਸੀ ਜਿਹੜਾ ਬੜਾ ਸਰਲ ਅਤੇ ਸਾਦਾ ਅਤੇ ਸਬਰ ਸੰਤੋਖ ਅਤੇ ਗਰੀਬੀ ਵਾਲਾ ਸੀ। ਉਹ ਮਸਾਂ ਹੀ ਗੁਜ਼ਾਰਾ ਕਰਦੇ ਸਨ। ਕੱਚਾ ਕੋਠਾ, ਜਵਾਰ ਦੀ ਰੋਟੀ, ਉਬਲੇ ਹੋਏ ਛੋਲੇ ਅਤੇ ਸਧਾਰਨ ਕੰਬਲੀ ਹੀ ਉਹਨਾਂ ਦੀ ਸਾਰੀ ਦੌਲਤ ਸੀ। ਜੋ ਬਾਹਰੋਂ ਚੜ੍ਹਾਵਾ ਆਉਂਦਾ ਉਹ ਫਕੀਰਾਂ ਦੇ ਲੰਗਰ ਵਿੱਚ ਪਾ ਛੱਡਦੇ ਅਤੇ ਗਰੀਬਾਂ ਵਿੱਚ ਵੰਡ ਦਿੰਦੇ। ਇੱਥੋਂ ਤੱਕ ਤੁਸੀਂ ਉੱਤਰ ਲਿਖ ਸਕਦੇ ਹੋ। ਉਹਨਾਂ ਦਾ ਸੁਭਾਅ ਇਤਨਾ ਮਿੱਠਾ ਅਤੇ ਮਨੋਹਰ ਸੀ ਕਿ ਲੋਕ ਆਪ ਨੂੰ ਸ਼ਕਰਗੰਜ, ਜਿਹਦਾ ਅਰਥ ਹੈ ਮਿਠਾਸ ਦਾ ਭੰਡਾਰ, ਕਹਿ ਕੇ ਯਾਦ ਕਰਦੇ ਸਨ। ਉਹ ਪਿਆਰ ਦੀ ਮੂਰਤ ਸਨ। ਉਹ ਹਰ ਹਿੰਦੂ ਮੁਸਲਮਾਨ ਨੂੰ ਬਰਾਬਰ ਪਿਆਰ ਸਤਿਕਾਰ ਦਿੰਦੇ। ਉਹ ਰੱਬੀ ਪਿਆਰ ਨਾਲ ਨਿਮਰਤਾ ਧਾਰਨ ਕਰਨ ਦੀ ਪ੍ਰੇਰਨਾ ਦਿੰਦੇ। ਆਪ ਨੇ ਪੰਜਾਬੀ ਵਿੱਚ ਜੋ ਸ਼ਬਦ ਅਤੇ ਸਲੋਕ ਲਿਖੇ ਉਹ 100 ਤੋਂ ਵੱਧ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹਨਾਂ ਵਿੱਚ ਆਪ ਨੇ ਜੋ ਉਪਦੇਸ਼ ਦਿੱਤਾ ਹੈ ਉਹ ਇਹੋ ਹੈ ਕਿ ਸੱਚੇ ਧਰਮੀ ਪੁਰਸ਼ ਉਹ ਹਨ ਜਿਨ੍ਹਾਂ ਦੇ ਹਿਰਦੇ ਮੁਹੱਬਤ ਨਾਲ ਭਰਪੂਰ ਹਨ। ਦਿਲੋਂ ਮੁਹੱਬਤ ਜਿਨ ਸੇਈ ਸੱਚਾ। ਇਹਦਾ ਅਰਥ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਨੂੰ ਦਿਲੋਂ ਮੁਹੱਬਤ ਕਰਦੇ ਆ, ਸੱਚੇ ਪਰਮਾਤਮਾ ਨੂੰ, ਜਿਨ ਮਨ ਮੁੱਖ ਹੋਰ ਸੇ ਕਾਂਡੇ ਕੱਚਿਆ। ਅਤੇ ਜਿਹੜੇ ਮਨੁੱਖ ਦੇ ਮਨ ਵਿੱਚ ਕੁਝ ਹੋਰ ਹੈ, ਮੁੱਖ 'ਤੇ ਕੁਝ ਹੋਰ ਹੈ, ਉਹ ਕੱਚੇ ਮਨੁੱਖ ਹੈ। ਜਿਹੜੇ ਦਿਲੋਂ ਮੁਹੱਬਤ ਕਰਦੇ ਉਹ ਸੱਚੇ ਮਨੁੱਖ ਹੈ। ਉਹਨਾਂ ਸਿੱਖਿਆ ਦਿੱਤੀ ਕਿ ਸਭ ਨਾਲ ਪ੍ਰੇਮ ਕਰੋ ਅਤੇ ਸਭ ਦਾ ਭਲਾ ਮਨਾਓ। ਜੇ ਕੋਈ ਬੁਰਾ ਵੀ ਕਰੇ ਤਾਂ ਵੀ ਭਲਾਈ ਵਾਲਾ ਵਿਹਾਰ ਕਰਕੇ ਉਸਦਾ ਦਿਲ ਜਿੱਤਣ ਦਾ ਯਤਨ ਕਰਨਾ ਨੇਕੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਤਨ ਮਨ ਸਦਾ ਖੁਸ਼ਹਾਲ ਰਹੇਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਤਾਂ ਫਰੀਦ ਜੀ ਕਹਿੰਦੇ ਆ ਕਿ ਜੇ ਕੋਈ ਤੁਹਾਡੇ ਨਾਲ ਬੁਰਾ ਵੀ ਕਰੇ ਉਹਦਾ ਚੰਗਾ ਕਰਨਾ ਚਾਹੀਦਾ ਹੈ, ਗੁੱਸਾ ਨਹੀਂ ਕਰਨਾ ਚਾਹੀਦਾ ਮਨ ਦੇ ਵਿੱਚ,
ਕਿਉਂਕਿ ਗੁੱਸੇ ਨਾਲ ਦੇਹ ਨੂੰ ਰੋਗ ਲੱਗ ਜਾਂਦੇ ਹੈ ਅਤੇ ਪੱਲੇ ਕੁਛ ਨਹੀਂ ਪੈਂਦਾ। ਇੱਕ ਵਾਰ ਇੱਕ ਜਿਹੜਾ ਇਹ ਪ੍ਰਸ਼ਨ ਹੈ ਅਗਲਾ, ਕਿ ਉਹਨਾਂ ਨੇ ਕਿਹੜੀ ਸਿੱਖਿਆ ਦਿੱਤੀ ਅਤੇ ਉਹ ਸਿੱਖਿਆ ਨੂੰ ਦਰਸਾਉਂਦੀ ਹੋਈ ਕਹਾਣੀ ਦੱਸਣੀ ਹੈ। ਇੱਕ ਵਾਰ ਇੱਕ ਸੱਜਣ ਫਰੀਦ ਜੀ ਪਾਸ ਕੈਂਚੀ ਲੈ ਕੇ ਆਇਆ ਅਤੇ ਉਹਨਾਂ ਨੇ ਸਿਫਤ ਕਰਦਿਆਂ ਕਿਹਾ, ਇਹ ਕੈਂਚੀ ਬੜੇ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ, ਬਹੁਤ ਤਿੱਖੀ ਹੈ, ਇਸ ਦੀ ਧਾਰ ਬਹੁਤ ਸੋਹਣੀ ਲੱਗੀ ਹੋਈ ਹੈ ਅਤੇ ਬਹੁਤ ਸੋਹਣਾ ਕੱਟਦੀ ਹੈ। ਬਾਬਾ ਫਰੀਦ ਜੀ ਨੇ ਕੈਂਚੀ ਉਸਦੇ ਹੱਥ ਵਿੱਚੋਂ ਲੈ ਲਈ ਅਤੇ ਉਹਨੂੰ ਚਾਰੇ ਪਾਸੇ ਘੁਮਾ ਕੇ ਦੇਖਿਆ ਅਤੇ ਕਿਹਾ, ਭਾਈ ਪ੍ਰੇਮੀਆਂ, ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਅਤੇ ਚੀਰ ਫਾੜ ਕਰਨ ਵਾਲੀ ਚੀਜ਼ ਹੈ ਅਤੇ ਸਾਡਾ ਕੰਮ ਕੱਟਣਾ ਤੋੜਨਾ ਨਹੀਂ ਸਗੋਂ ਜੋੜਨਾ ਹੈ। ਤੂੰ ਮੈਨੂੰ ਇਸ ਦੀ ਥਾਂ 'ਤੇ ਇੱਕ ਨਿੱਕੀ ਜਿਹੀ ਸੂਈ ਲਿਆ ਕੇ ਦੇ ਤਾਂ ਕਿ ਮੈਂ ਪਾਟਿਆਂ ਨੂੰ ਜੋੜ ਸਕਾਂ, ਅੱਡੋ ਅੱਡ ਨਿਖੜੇ ਦਿਲਾਂ ਨੂੰ ਪ੍ਰੀਤ ਪਿਆਰ ਦੇ ਧਾਗੇ ਵਿੱਚ ਪਰੋ ਸਕਾਂ। ਤਾਂ ਜਾਣੀ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਰਿਆਂ ਨੂੰ ਸਿੱਖਿਆ ਦਿੰਦੇ ਸੀ ਕਿ ਸਾਨੂੰ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ, ਕਿਸੇ ਦੇ ਵਿੱਚ ਜਿਹੜੀ ਦਫੇੜ ਨਹੀਂ ਪਾਉਣੀ ਚਾਹੀਦੀ, ਭਾਈਚਾਰਕ ਸਾਂਝਾ ਨਾਲ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜ਼ਮਾਨਾ ਦਵੈਸ਼ ਅਤੇ ਨਫ਼ਰਤ ਦਾ ਸੀ। ਮੰਗੋਲਾਂ ਦੇ ਹਮਲਿਆਂ ਨੇ ਹਾਹਾਕਾਰ ਮਚਾਈ ਹੋਈ ਸੀ। ਇਹਨਾਂ ਨੇ ਸਿੰਧ, ਮੁਲਤਾਨ ਅਤੇ ਲਾਹੌਰ ਤੱਕ ਕਬਜ਼ਾ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਇਤਿਹਾਸਕਾਰਾਂ ਅਨੁਮਾਨ ਲਾਇਆ ਕਿ ਜਾਬਰ ਮੰਗੋਲਾਂ ਨੇ ਲਗਭਗ 80 ਲੱਖ ਬੰਦਿਆਂ ਦਾ ਕਤਲ ਕੀਤਾ। ਇਹ ਖੂਨੀ ਹਾਲਾਤ ਦੱਸਦੇ ਹਨ ਕਿ ਉਸ ਸਮੇਂ ਮਨੁੱਖੀ ਜੀਵਨ ਦੀ ਕੀ ਕੀਮਤ ਸੀ। ਪਰ ਅਜਿਹੇ ਭੈੜੇ ਅਤੇ ਖੂਨੀ ਵਾਤਾਵਰਣ ਵਿੱਚ ਬਾਬਾ ਫਰੀਦ ਜੀ ਇਹ ਸੰਦੇਸ਼ ਦੇ ਰਹੇ ਹਨ ਕਿ ਸਭਨਾਂ ਅੰਦਰ ਰੱਬ ਹੈ ਅਤੇ ਸਾਰੇ ਇਨਸਾਨ ਮਾਣਕ ਮੋਤੀ ਹਨ ਅਤੇ ਸਭ ਦਾ ਬਰਾਬਰ ਸਤਿਕਾਰ ਕਰਨਾ ਸਾਡਾ ਪਵਿੱਤਰ ਫਰਜ਼ ਹੈ। ਕਿਸੇ ਨੂੰ ਮੰਦਾ ਬੋਲਣਾ ਠੀਕ ਨਹੀਂ। ਇੱਕ ਫਿੱਕਾ ਨਾ ਗਲਾਏ, ਕਿਸੇ ਨੂੰ ਕਹਿਣ ਤੋਂ ਭਾਵ ਹੈ ਮੰਦਾ ਨਹੀਂ ਬੋਲਣਾ ਚਾਹੀਦਾ। ਸਭਨਾ ਮੈਂ ਸੱਚਾ ਤਾਂ ਨਹੀਂ, ਸਾਰਿਆਂ ਦੇ ਵਿੱਚ ਸੱਚਾ ਪਰਮਾਤਮਾ ਵੱਸਦਾ ਹੈ। ਹਿਆਓ ਨਾ ਕਾਹੇ ਠਾਹੀ, ਸਾਨੂੰ ਕਿਸੇ ਦਾ ਹਿਰਦਾ ਨਹੀਂ ਦਿਖਾਉਣਾ ਚਾਹੀਦਾ। ਮਾਣਕ ਸਭ ਅਮੋਲ ਮੇ, ਕਿਉਂਕਿ ਸਾਰਿਆਂ ਦੇ ਹਿਰਦੇ ਬੜੇ ਅਨਮੁੱਲੇ ਹੈ, ਉਹਨਾਂ ਦੇ ਵਿੱਚ ਪਰਮਾਤਮਾ ਵੱਸਦਾ ਹੈ। ਤਾਂ ਇਹ ਜਿਹੜਾ ਸੀਗਾ ਆਪਣਾ ਸੀਗਾ। ਉਸ ਤੋਂ ਬਾਅਦ ਅੱਗੇ ਬੇਟਾ ਆਪਾਂ ਜਿਹੜੀ ਸਲਾਈਡ ਥੋੜ੍ਹੀ ਅੱਗੇ ਕੀਤੀ ਹੈ ਕਿਉਂਕਿ ਜ਼ਿਆਦਾ ਲੰਬੀ ਵੀਡੀਓ ਬਣ ਜੂਗੀ, ਇਸ ਕਰਕੇ ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਸਾਫ਼ ਲਿਖਿਆ ਹੈ ਕਿ ਜੇ ਕੋਈ ਬੰਦਗੀ ਲਈ ਮੁਸੱਲਾ ਚੱਕੀ ਫਿਰੇ ਅਤੇ ਦਿਖਾਵੇ ਲਈ ਕਾਲੇ ਸੂਫ ਦੇ ਕੱਪੜੇ ਪਾ ਲਵੇ ਤਾਂ ਉਹ ਅਜਿਹਾ ਕਰਕੇ ਰੱਬੀ ਦਰਵੇਸ਼ ਨਹੀਂ ਬਣ ਜਾਂਦਾ, ਸਗੋਂ ਹਨੇਰਾ ਢਾਉਂਦਾ ਹੈ। ਤਾਂ ਇਹ ਅਗਲੇ ਪ੍ਰਸ਼ਨ ਦਾ ਉੱਤਰ ਹੈ ਜਿਹਦੇ ਵਿੱਚ ਆਪਾਂ ਨੂੰ ਇਹਦਾ ਅਰਥ ਪੁੱਛਿਆ ਗਿਆ। ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਬਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਇਹਦਾ ਅਰਥ ਉੱਪਰ ਦੇ ਦਿੱਤਾ ਗਿਆ, ਠੀਕ ਹੈ, ਜਿਹਦਾ ਉੱਪਰਲੀਆਂ ਲਾਈਨਾਂ ਉਹ ਇਹਦਾ ਅਰਥ ਹੈ। ਫਿਰ ਵੀ ਮੈਂ ਇਹਦਾ ਅਰਥ ਤੁਹਾਨੂੰ ਕਰਾ ਦਿੰਦਾ। ਇਹਦਾ ਅਰਥ ਹੈ ਫਰੀਦਾ ਕੰਨ, ਕੰਨ ਦਾ ਅਰਥ ਹੈ ਮੋਢਾ। ਮਸੱਲਾ ਉਹ ਸਾਫ ਜੀ 'ਤੇ ਬੈਠ ਕੇ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਹੈ। ਸੂਫ ਗਲ, ਸੂਫ ਗਲ ਮਤਲਬ ਕਾਲੇ ਸੂਫ ਦੇ ਕੱਪੜੇ ਪਹਿਨੇ ਹੋਏ, ਯਾਨੀ ਫਕੀਰਾਂ ਵਾਲਾ ਵੇਸ਼ ਧਾਰਨ ਕੀਤਾ ਹੋਇਆ ਹੈ। ਕੰਧੇ ਦੇ ਉੱਤੇ ਮਸੱਲਾ ਰੱਖੀ ਹੋਈ ਹੈ। ਦਿਲ ਕਾਤੀ ਗੁੜਬਾਤ, ਦਿਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੈਲ ਹੈ, ਦਿਲ ਦੇ ਵਿੱਚ ਤਾਂ ਕੈਂਚੀ ਵਰਗਾ ਹੈ ਅਤੇ ਜਿਹੜੀ ਉੱਤੋਂ ਬੜੀਆਂ ਮਿੱਠੀਆਂ ਗੱਲਾਂ ਕਰਦਾ ਹੈ। ਕਹਿਣ ਤੋਂ ਭਾਵ ਹੈ ਪਖੰਡ ਧਾਰਨ ਕੀਤਾ ਹੋਇਆ ਹੈ। ਤਾਂ ਅਜਿਹੇ ਲੋਕ ਕਿਵੇਂ ਆ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਉਹ ਲੋਕ ਇਵੇਂ ਹੈ ਜਿਵੇਂ ਜਿਨ੍ਹਾਂ ਦੇ ਬਾਹਰ ਬਹੁਤ ਜ਼ਿਆਦਾ ਚਾਨਣ ਹੁੰਦਾ ਅਤੇ ਦਿਲ ਦੇ ਵਿੱਚ ਹਨੇਰਾ ਹੁੰਦਾ। ਅਗਲੇ ਜਿਹੜੇ ਕੁਛ ਪੈਰੇ ਉਹ ਬਾਬਾ ਫਰੀਦ ਜੀ ਨੇ ਇੱਕ ਬਾਦਸ਼ਾਹ ਨੂੰ ਚਿੱਠੀ ਲਿਖੀ ਸੀ, ਜਿਹਦੇ ਵਿੱਚ ਇੱਕ ਜਿਹੜਾ ਗਰੀਬ ਦੀ ਸਹਾਇਤਾ ਕਰਨ ਵਾਸਤੇ ਉਹਨਾਂ ਨੇ ਕਿਹਾ ਸੀ। ਤਾਂ ਉਸ ਬਾਰੇ ਇਹ ਹੈ, ਇਹ ਤੁਸੀਂ ਥੋੜ੍ਹਾ ਇੱਥੋਂ ਰੋਕ ਕੇ ਪੜ੍ਹ ਵੀ ਸਕਦੇ ਹੋ। ਤਾਂ ਆਪਾਂ ਅੱਗੇ ਚੱਲੀਏ ਥੋੜ੍ਹਾ। ਤਾਂ ਅੱਗੇ ਜਿਹੜੀ ਹੈਗੀ ਆਪਾਂ ਡੱਬੇ ਵਾਲੀ ਕਹਾਣੀ ਜ਼ਰੂਰ ਪੜ੍ਹਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਲਾਸਟ ਪ੍ਰਸ਼ਨ ਦਾ ਆਪਣਾ ਉੱਤਰ ਹੈ, ਜਿਹਦੇ ਵਿੱਚ ਸੀ ਕਿ ਮੁਲਾਕਾਤ ਵੱਡੀ ਹੈ ਜਾਂ ਕਰਾਮਾਤ। ਮੁਸਲਿਮ ਫਕੀਰਾਂ ਵਿੱਚ ਕਰਾਮਾਤ ਦੀ ਬੜੀ ਚਰਚਾ ਹੈ ਅਤੇ ਇਸ ਨੂੰ ਰੂਹਾਨੀ ਵਡਿਆਈ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਪਰ ਬਾਬਾ ਫਰੀਦ ਜੀ ਅਜਿਹੀਆਂ ਗੱਲਾਂ ਪਸੰਦ ਨਹੀਂ ਕਰਦੇ। ਇੱਕ ਵਾਰ ਸ਼ੇਖ ਫਰੀਦ ਅਤੇ ਸ਼ੇਖ ਬਹਾਉਦੀਨ ਸੈਰ ਕਰਦੇ ਦੂਰ ਨਿਕਲ ਗਏ ਅਤੇ ਰਾਹ ਵਿੱਚ ਚਰਚਾ ਛਿੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ। ਬਾਬਾ ਫਰੀਦ ਜੀ ਇਨਸਾਨੀ ਮੁਲਾਕਾਤ ਨੂੰ ਵੱਡਾ ਕਹਿੰਦੇ ਸਨ ਅਤੇ ਬਹਾਉਦੀਨ ਕਰਾਮਾਤ ਨੂੰ। ਜਦੋਂ ਦੋਵੇਂ ਦਰਵੇਸ਼ ਚੱਲਦੇ ਚੱਲਦੇ ਨਗਰ ਪਾਸ ਪਹੁੰਚੇ ਤਾਂ ਸਖਤ ਮੀਂਹ ਅਤੇ ਹਨੇਰੀ ਆ ਗਈ ਅਤੇ ਤੂਫਾਨ ਝੁੱਲਣ ਲੱਗਾ। ਬਾਬਾ ਫਰੀਦ ਜੀ ਹੱਸ ਕੇ ਕਹਿਣ ਲੱਗੇ, ਸ਼ੇਖ ਜੀ ਹੁਣ ਵਕਤ ਹੈ, ਕਰਾਮਾਤ ਦਿਖਾਓ ਤਾਂ ਕਿ ਆਫਤ ਤੋਂ ਬਚਾਅ ਹੋ ਸਕੇ। ਸ਼ੇਖ ਬਹਾਉਦੀਨ ਦਾ ਜਵਾਬ ਸੀ, ਇੰਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ, ਮੈਂ ਕੀ ਕਰ ਸਕਦਾ ਹਾਂ। ਸ਼ੇਖ ਫਰੀਦ ਜੀ ਨੇ ਕਿਹਾ, ਇਸ ਪਿੰਡ ਵਿੱਚ ਇੱਕ ਗਰੀਬੜਾ ਜਿਹਾ ਬੰਦਾ ਹੈ ਜੋ ਸਾਡਾ ਮੇਲੀ ਮੁਲਾਕਾਤੀ ਜਾਣੂ ਪਛਾਣੂ ਹੈ। ਆਪਾਂ ਉਸ ਪਾਸ ਚੱਲਦੇ ਹਾਂ। ਦੋਵੇਂ ਉਸ ਦੇ ਘਰ ਚਲੇ ਗਏ। ਉਸਨੇ ਆਦਰ ਨਾਲ ਫਕੀਰਾਂ ਨੂੰ ਸਫ਼ 'ਤੇ ਬਿਠਾਇਆ, ਅੱਗ ਬਾਲ ਕੇ ਪਾਣੀ ਗਰਮ ਕੀਤਾ, ਹੱਥ ਪੈਰ ਧੁਆ ਕੇ ਸਰਦਾ ਬਣਦਾ ਭੋਜਨ ਖਵਾਇਆ। ਅਖੀਰ ਇਸ ਪ੍ਰੇਮੀ ਜੋੜੇ ਨੇ ਆਰਾਮ ਲਈ ਕੱਪੜੇ ਵਿਛਾ ਦਿੱਤੇ। ਦੋਵੇਂ ਫਕੀਰ ਇਸ ਪ੍ਰਾਹੁਣਾਚਾਰੀ
ਤੇ ਬੜੇ ਖੁਸ਼ ਹੋਏ। ਸ਼ੇਖ ਫਰੀਦ ਜੀ ਹੱਸ ਕੇ ਕਹਿਣ ਲੱਗੇ, ਦੱਸੋ ਸ਼ੇਖ ਜੀ, ਕਿਸ ਚੀਜ਼ ਵਿੱਚ ਵਡਿਆਈ ਹੈ? ਬਹਾਉਦੀਨ ਦਾ ਜਵਾਬ ਸੀ, ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲੋਂ ਮੁਲਾਕਾਤ ਸੱਚਮੁੱਚ ਵੱਡੀ ਹੈ। ਇਹ ਆਪਣੇ ਅਖੀਰਲੇ ਪ੍ਰਸ਼ਨ ਦਾ ਉੱਤਰ ਹੈ। ਅਗਲੇ ਪੈਰੇ ਦੇ ਵਿੱਚ ਬੇਟਾ ਉਹਨਾਂ ਦੇ ਪਰਿਵਾਰਕ ਜੀਵਨ ਬਾਰੇ ਦੱਸਿਆ ਗਿਆ ਹੈ ਕਿ ਉਹਨਾਂ ਦੀਆਂ 3 ਸ਼ਾਦੀਆਂ ਹੋਈਆਂ ਸੀ, ਜਿਨ੍ਹਾਂ ਤੋਂ 5 ਲੜਕੇ 3 ਲੜਕੀਆਂ ਪੈਦਾ ਹੋਈਆਂ ਸੀ। ਉਹਨਾਂ ਦੇ ਪੁੱਤਰ ਕੀ ਕਰਦੇ ਸੀ ਜਾਂ ਹੋਰ ਹੈ, ਅਤੇ ਉਸ ਤੋਂ ਇਲਾਵਾ ਉਹਨਾਂ ਨੇ ਆਪਣਾ ਅਗਲਾ ਜਾਨਸ਼ੀਨ ਜਿਹੜਾ ਸ਼ੇਖ ਨਿਜ਼ਾਮੁਦੀਨ ਨੂੰ ਕਿਵੇਂ ਥਾਪਿਆ, ਉਸ ਬਾਰੇ ਜ਼ਿਕਰ ਹੈ। ਤਾਂ ਇਹ ਪਹਿਰਾ ਤੁਸੀਂ ਪੜ੍ਹ ਲੈਣਾ। ਉਹ ਅਗਲਾ ਜਿਹੜਾ ਹੈਗਾ ਅਖੀਰ ਦੇ ਉੱਤੇ ਪਹਿਰੇ ਦੇ ਵਿੱਚ ਜਦੋਂ ਬਜ਼ੁਰਗ ਹੋ ਗਏ ਸੀ ਸੋਟੀ, ਅਤੇ ਉਹਨਾਂ ਨੇ ਤੁਰਨ ਲੱਗੇ ਤਾਂ ਇੱਕ ਦਿਨ ਸੋਟੀ ਵਗਾ ਕੇ ਮਾਰੀ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ 'ਤੇ ਭਰੋਸਾ ਕੀਤਾ। ਤਾਂ ਅਖੀਰ 15 ਅਕਤੂਬਰ 1265, ਕਈ ਜਗ੍ਹਾ 66 ਵੀ ਹੈ, ਈਸਵੀ ਨੂੰ ਪਾਕਪਟਨ ਵਿੱਚ ਹੀ ਆਪ ਦਾ ਦੇਹਾਂਤ ਹੋ ਗਿਆ। ਇੱਥੇ ਹੀ ਆਪ ਦਾ ਮਕਬਰਾ ਬਣਿਆ ਹੋਇਆ ਹੈ। ਤਾਂ ਅੱਗੇ ਪਾਠ ਦੇ ਜਿਹੜੇ ਪ੍ਰਸ਼ਨ ਹੈ ਬੇਟਾ ਮੈਂ ਤੁਹਾਨੂੰ ਸਾਰੇ ਕਰਾਤੇ ਸੀ। ਪਹਿਲਾਂ ਬਾਬਾ ਫਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ, ਤੇ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਂ ਸੀ, ਇਹ ਕਰਾਤਾ ਸੀ। ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸੀ, ਇਹ ਵੀ ਤੁਹਾਨੂੰ ਕਰਾਤਾ ਸੀ। ਬਾਬਾ ਫਰੀਦ ਜੀ ਦਾ ਕੀ ਉਪਦੇਸ਼ ਸੀ, ਤੇ ਉਹਨਾਂ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ ਵਿੱਚ, ਉਹ ਕੈਂਚੀ ਤੇ ਸੂਈ ਵਾਲੀ ਘਟਨਾ ਸੀ ਜਿਹੜੀ। ਅੱਗੇ ਫਰੀਦਾ ਕੰਨ ਮਸੱਲਾ, ਸੂਫ ਗੱਲ, ਦਿਲ ਕਾਤੀ ਗੁੜ ਬਾਤ, ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਪਖੰਡੀ ਲੋਕਾਂ ਬਾਰੇ ਲਿਖਿਆ ਹੋਇਆ ਹੈ ਕਿ ਜਿਹੜੇ ਪਖੰਡ ਕਰਦੇ ਉਹਨਾਂ ਦੇ ਬਾਹਰ ਤਾਂ ਚਾਨਣਾ ਦਿਸਦਾ ਹੈ, ਪਰ ਗੱਲ ਕਰ ਦਿਲ ਦੇ ਵਿੱਚ ਅਗਿਆਨਤਾ ਭਰੀ ਹੋਈ ਹੈ, ਹਨੇਰਾ ਭਰਿਆ ਹੋਇਆ ਹੈ। ਤਾਂ ਇਹ ਵੀ ਉੱਤੇ ਆ ਗਿਆ ਸੀ ਜ਼ਿਕਰ। ਅਤੇ ਲਾਸਟ ਪ੍ਰਸ਼ਨ ਦਾ ਉੱਤਰ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਮੁਲਾਕਾਤ ਤੇ ਕਰਾਮਾਤ ਦੇ ਵਿੱਚੋਂ ਕਿਹੜੀ ਚੀਜ਼ ਵੱਡੀ ਹੈ, ਅਤੇ ਬਾਬਾ ਫਰੀਦ ਜੀ ਨੇ ਇਹਨੂੰ ਕਿਵੇਂ ਸਿੱਧ ਕੀਤਾ। ਅੱਗੇ ਬੇਟਾ ਕੁਝ ਵਾਕਾਂ ਵਿੱਚ ਵਰਤੋਂ ਹੈ। ਸੂਫੀ ਸਬਰ ਸੰਤੋਖ ਹੈ। ਤਾਂ ਇਹਨਾਂ ਦੇ ਆਪਾਂ ਵਾਕ ਦੇਖ ਲੈਂਦੇ ਹਾਂ। ਮੈਂ ਕਈ ਵਾਕਾਂ ਨੂੰ 2-3 ਵਾਕਾਂ ਨੂੰ ਇਕੱਠਾ ਇੱਕ ਵਾਕ 'ਚ ਵਰਤ ਦਿੱਤਾ ਅਤੇ ਉਹਨੂੰ ਅੰਡਰਲਾਈਨ ਵੀ ਕਰ ਦਿੱਤਾ, ਤੁਸੀਂ ਦੇਖ ਲੈਣਾ। ਜਿਵੇਂ ਸੂਫੀ ਫਕੀਰ ਸਬਰ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਸਨ, ਇਹਦੇ ਵਿੱਚ ਸੂਫੀ ਸਬਰ ਸੰਤੋਖ ਤੇ ਗੁਜ਼ਾਰਦੇ ਇਕੱਠੇ ਵਰਤ ਤੇ ਮੇਰਾ ਨਿਵਾਸ ਸਥਾਨ ਤਿਉਣਾ ਪੁਜਾਰੀਆਂ ਵਿਖੇ ਹੈ। ਤਾਂ ਨਿਵਾਸ ਜਿਹੜਾ ਹੈਗਾ ਵਾਕ ਦੇ ਵਿੱਚ ਵਰਤਿਆ, ਸਾਨੂੰ ਸਾਰਿਆਂ ਨਾਲ ਠੀਕ ਵਿਹਾਰ ਕਰਨਾ ਚਾਹੀਦਾ ਹੈ। ਵਿਹਾਰ ਸ਼ਬਦ ਜਿਹੜਾ ਹੈਗਾ ਵਾਕ 'ਚ ਵਰਤਿਆ। ਆਫਤ ਮੁਸੀਬਤ ਮਤਲਬ ਆਫਤ ਸਮੇਂ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਬਾਬਾ ਫਰੀਦ ਜੀ ਨੇ ਤਕੀਦ ਹੁੰਦਾ ਕਿਸੇ ਨੂੰ ਜ਼ੋਰ ਦੇ ਕੇ ਕਹਿਣਾ, ਤਕੀਦ ਦੇ ਕੇ ਕਿਹਾ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਮੇਰਾ ਅਨੁਮਾਨ ਹੁੰਦਾ ਅੰਦਾਜ਼ਾ ਸੀ ਸ਼ਾਇਦ ਅੱਜ ਵਰਖਾ ਹੋਵੇ, ਅਨੁਮਾਨ ਨੂੰ ਅੰਡਰਲਾਈਨ ਨਹੀਂ ਕੀਤਾ, ਇਹ ਵਾਕ 'ਚ ਵਰਤਿਆ ਗਿਆ। ਰਾਮ ਨੇ ਆਪਣਾ ਦੁੱਖ ਆਪਣੀ ਮਾਂ ਕੋਲ ਜ਼ਾਹਰ ਕੀਤਾ, ਮਤਲਬ ਦੱਸਿਆ। ਜ਼ਾਹਰ ਜਿਹੜਾ ਹੈਗਾ ਇਹਦੇ ਵਿੱਚ ਵਾਕਾਂ 'ਚ ਵਰਤਿਆ। ਬਾਬਾ ਫਰੀਦ ਜੀ ਨੇ ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਆਪਣਾ ਜਾਨਸ਼ੀਨ ਯਾਨੀ ਅਗਲਾ ਉੱਤਰਾਧਿਕਾਰੀ ਥਾਪਿਆ। ਡਾਕੀਆ ਮੇਰਾ ਸੰਦੇਸ਼ ਲੈ ਕੇ ਆਇਆ, ਸੰਦੇਸ਼ ਇਹਦੇ ਵਿੱਚ ਵਾਕਾਂ 'ਚ ਵਰਤਿਆ। ਸਾਨੂੰ ਕਿਸੇ ਦੇ ਅਹਿਸਾਨਾਂ ਨੂੰ ਨਹੀਂ ਭੁਲਾਉਣਾ ਚਾਹੀਦਾ, ਅਤੇ ਅਹਿਸਾਨ ਸ਼ਬਦ ਹੈ ਜਿਹੜਾ ਵਾਕਾਂ ਵਿੱਚ ਵਰਤਿਆ। ਤਾਂ ਇਹ ਬੇਟਾ ਆਪਣਾ ਬਾਬਾ ਫਰੀਦ ਜੀ ਵਾਲਾ ਪਾਠ ਸੀਗਾ। ਤਾਂ ਤੁਸੀਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ, ਲਾਈਕ ਕਰਨਾ ਹੈ, ਅਤੇ ਮੇਰੇ ਚੈਨਲ ਸੁੱਖੀ ਪੰਜਾਬੀ ਵਰਲਡ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਆਪਾਂ ਸਮੇਂ-ਸਮੇਂ ਸਿਰ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੀਡੀਓ ਪਾਉਂਦੇ ਰਹਾਂਗੇ ਅਤੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਕਰਦੇ ਰਹਾਂਗੇ। ਤਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ।